ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਤਾਂ ਉੱਥੇ ਪੁਲਿਸ ਫੋਰਸ ਵੀ ਅੰਦਰ ਮਜਬੂਰੀ 'ਚ ਉਹਨਾਂ ਨੂੰ ਜਾਣਾ ਪਿਆ। ਅਰਵਿੰਦਰ ਜੀ ਗੱਲ ਕੀ ਹੈ ਕਿ ਜਿਹੜੀਆਂ ਇਹ ਗੁਰਦੁਆਰੇ ਦੀਆਂ ਚੋਣਾਂ ਨੇ ਨਾ, ਇਹ ਗੁਰਦੁਆਰੇ ਦੀਆਂ ਚੋਣਾਂ ਹੁਣ ਗੁਰਦੁਆਰੇ ਦੀਆਂ ਚੋਣਾਂ ਰਹੀਆਂ ਨੇ। ਇਹ ਵੀ ਪਤਾ ਲੱਗਿਆ ਕਿ ਪੱਗਾਂ ਲਹਿਣ ਤੱਕ ਦੀ ਨੌਬਤ ਆ ਗਈ ਸੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ। ਤਾਂ ਇਹ ਜਿਹੜਾ ਕੁਝ ਕਰਦੇ ਪਏ ਨੇ ਇਹ ਬਹੁਤ ਮੰਦਭਾਗਾ ਹੈ। ਬੀਜੇਪੀ ਵਾਲਿਆਂ ਨੇ ਪ੍ਰਚਾਰ ਵੀ ਸ਼ੁਰੂ ਕਰਤਾ, ਟਿਕਟਾਂ ਅਨਾਉਂਸ ਕਰਨੀਆਂ ਵੀ ਸ਼ੁਰੂ ਕਰਤੀਆਂ, ਢੀਂਡਸਾ ਸਾਹਿਬ ਵੀ ਕਰ ਰਹੇ ਨੇ, ਕੈਪਟਨ ਅਮਰਿੰਦਰ ਵੀ। ਪਰ ਇਹ ਪੇਚ ਹੈ ਕੀ ਹੈ ਜੀ, ਇਹ ਜ਼ਰੂਰ ਦਰਸ਼ਕਾਂ ਨੂੰ ਦੱਸਿਓ। ਪੇਚ ਇਸ ਕਰਕੇ ਫਸਿਆ ਸੀ ਜਿਵੇਂ ਸੰਗਰੂਰ ਦੇ ਵਿੱਚ ਉਹ ਕਹਿੰਦੇ ਸੀ ਕਿ ਵੀ ਢੀਂਡਸਾ ਸਾਹਿਬ ਦਾ ਜ਼ੋਰ ਹੈ, ਢੀਂਡਸਾ ਸਾਹਿਬ ਨੂੰ ਸੀਟਾਂ ਵੱਢ ਛੱਡ ਦਿਓ। ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਛੱਡਣ ਨੂੰ ਤਿਆਰ ਨਹੀਂ ਸੀ ਵੀ ਸਾਰੀਆਂ ਸੀਟਾਂ ਮੈਨੂੰ ਦਿਓ। ਪਹਿਲੀ ਵਾਰ ਤਾਂ ਇਹ 65 ਸੀਟਾਂ ਤੇ ਲੜਨ ਲੱਗੇ ਨੇ ਭਾਰਤੀ ਜਨਤਾ ਪਾਰਟੀ ਵਾਲੇ। ਇਸ ਤੋਂ ਪਹਿਲਾਂ ਤਾਂ ਇਹਨਾਂ ਦੇ ਕੋਲੇ ਕੁਝ ਹੈ ਨਹੀਂ ਸੀ। ਕਾਂਗਰਸ ਦੇ ਵਿੱਚ ਵੀ ਬਗਾਵਤਾਂ ਹੋਈਆਂ ਜਦੋਂ ਟਿਕਟਾਂ ਅਨਾਉਂਸ ਹੋਈਆਂ ਨੇ ਇਸ ਹਫ਼ਤੇ, ਤੇ ਉਸ ਤੋਂ ਬਾਅਦ ਸਬ ਕਮੇਟੀ ਦਾ ਗਠਨ ਕੀਤਾ ਗਿਆ। ਉਹਦੀ ਕੀ ਜ਼ਰੂਰਤ ਪੈ ਗਈ ਢਿੱਲੋਂ ਸਾਹਿਬ? ਇਹ ਨਾ ਜੀ 2 ਦਿਨਾਂ ਤੋਂ ਚੱਲ ਰਿਹਾ ਸੀ। 31 ਉਮੀਦਵਾਰ ਇਹਨਾਂ ਨੇ ਐਲਾਨਣੇ ਨੇ, 86 ਇਹ ਪਹਿਲਾਂ ਐਲਾਨ ਚੁੱਕੇ ਨੇ। ਆਮ ਤੌਰ ਤੇ ਕਾਂਗਰਸ ਵਾਲਿਆਂ ਦਾ ਤਾਂ ਕੰਮ ਹੀ ਇਹ ਹੈ ਕਿ ਵਿਹੜੇ ਬੈਠੀ ਜੰਝ ਬਿਨੋ ਕੁੜੀ ਦੇ ਕੰਨ। ਵਾਰੀ-ਵਾਰੀ ਕਾਂਗਰਸ ਜਿਹੜੀ ਹੈ ਭਾਰਤ ਦੇ ਵਿੱਚੋਂ ਬਾਹਰ ਹੋ ਰਹੀ ਹੈ ਤੇ ਨਰਿੰਦਰ ਮੋਦੀ ਦਾ ਸੁਪਨਾ ਪੂਰਾ ਕਰ ਰਹੀ ਹੈ, ਕਾਂਗਰਸ ਮੁਕਤ ਭਾਰਤ। ਅਖਿਲੇਸ਼ ਯਾਦਵ ਯੂਪੀ ਦੇ ਵਿੱਚ ਬਹੁਤ ਵੱਡਾ ਚਿਹਰਾ ਹੈ ਇਸ ਵੇਲੇ ਰਾਜਨੀਤੀ ਦਾ। ਪਹਿਲਾਂ ਉਹਨਾਂ ਨੇ ਕਿਹਾ ਕਿ ਸਾਰੀਆਂ ਫਸਲਾਂ ਤੇ MSP ਦੇਵਾਂਗੇ, ਇਹਦਾ ਮਤਲਬ ਕਿਸਾਨ ਨਾਲ ਲਾਲੇ। ਜੇ ਉਹ ਕਹਿ ਰਿਹਾ ਕਿ 22 ਲੱਖ ਨੌਕਰੀ ਮੈਂ IT ਸੈਕਟਰ 'ਚ ਮੁਹੱਈਆ ਕਰਾਵਾਂਗਾ, ਤਾਂ ਅਰਵਿੰਦਰ ਜੀ ਫਿਰ ਨੌਜਵਾਨ ਨਾਲ ਲੱਗ ਸਕਦਾ ਜੇ ਇਹ ਅਮਲੀ ਜਾਮਾ ਇਹਨੂੰ ਪਹਿਨਾ ਦਿੱਤਾ ਜਾਵੇ, ਉਸ ਪਾਸੇ ਵੱਲ ਗਏ ਹੋ। ਸੋ ਇਸ ਵੇਲੇ ਅਖਿਲੇਸ਼ ਯਾਦਵ ਜਿਹੜਾ ਹੈਗਾ ਉਹ ਦੂਜਿਆਂ ਦੇ ਮੁਕਾਬਲੇ ਕਾਫੀ ਅੱਗੇ ਹੈ। ਖਬਰ ਤੋੜ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ। ਅੱਜ ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਸਰਦਾਰ ਜਸਪਾਲ ਸਿੰਘ ਢਿੱਲੋਂ ਨੇ ਪੂਰੇ ਹਫ਼ਤੇ ਦੀਆਂ ਖਬਰਾਂ ਜੋੜੀਆਂ ਨੋਟ ਕਰਕੇ ਰੱਖੀਆਂ ਹੋਈਆਂ ਨੇ, ਉਹ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ। ਤੇ ਹੌਸਲਾ ਅਫਜ਼ਾਈ ਜ਼ਰੂਰ ਕਰਦੇ ਰਹੋ ਕਮੈਂਟ ਬਾਕਸ ਦੇ ਵਿੱਚ ਕਮੈਂਟਸ ਦੇ ਜ਼ਰੀਏ। D5 ਚੈਨਲ ਪੰਜਾਬੀ ਦੀ iOS ਦੇ ਉੱਤੇ ਯਾਨੀ ਕਿ ਐਪਲ ਫੋਨ ਦੇ ਉੱਤੇ ਐਪ ਵੀ ਪਬਲਿਸ਼ ਹੋ ਚੁੱਕੀ ਹੈ। ਸੋ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਿਓ ਜੀ। ਜਿੰਨੀ ਐਪ ਡਾਊਨਲੋਡ ਹੋਊਗੀ ਓਨਾ ਪ੍ਰਚਾਰ ਹੋਊਗਾ ਤੇ ਨਿਰਪੱਖ ਖਬਰਾਂ ਤੁਹਾਡੇ ਤੱਕ ਪਹੁੰਚ ਸਕਣਗੀਆਂ। ਇਸ ਹਫ਼ਤੇ ਦੀਆਂ ਖਬਰਾਂ ਤੋਂ ਪਹਿਲਾਂ ਅਸੀਂ ਸਰਦਾਰ ਢਿੱਲੋਂ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ। ਢਿੱਲੋਂ ਸਾਹਿਬ ਬਹੁਤ ਸਵਾਗਤ ਹੈ ਜੀ। ਸ਼ੁਕਰੀਆ, ਮਿਹਰਬਾਨੀ ਅਰਵਿੰਦਰ ਜੀ। ਢਿੱਲੋਂ ਸਾਹਿਬ ਸਭ ਤੋਂ ਵੱਡੀ ਖਬਰ ਲੈ ਲੈਂਦੇ ਆ ਇਸ ਹਫ਼ਤੇ ਦੀ, ਤੇ ਤਾਜ਼ੀ ਵੀ ਹੈ ਜਿਹੜੀ, ਉਹਦੇ 'ਚ ਹੈ ਕਿ ਕਿਸਾਨਾਂ ਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕੀਤੀ ਸੀਗੀ ਕਿ ਭਾਈ ਤੁਸੀਂ ਸਾਨੂੰ ਇੱਕ ਪਾਰਟੀ ਬਣਾ ਦਿਓ, ਹਾਂਜੀ, ਪੋਲੀਟੀਕਲ ਪਾਰਟੀ, ਉਹਦੇ ਤੋਂ ਉਹਨਾਂ ਨੂੰ ਸ਼ਾਇਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਲਈ ਜੀ। ਬਿਲਕੁਲ ਜੀ। ਚੋਣ ਕਮਿਸ਼ਨ ਨੂੰ ਜਿਹੜਾ ਇਹਨਾਂ ਨੇ ਪੱਤਰ ਲਿਖ ਕੇ ਭੇਜਿਆ, ਅੱਜ ਹੀ ਕਈ ਅਖਬਾਰਾਂ ਨੇ ਉਹਨੂੰ ਕਾਫੀ ਸਰਗਰਮੀ ਦੇ ਨਾਲ ਤੇ ਵਿਸਥਾਰ ਦੇ ਵਿੱਚ ਛਾਪਿਆ। ਉਹਦੇ ਕੁਝ ਕਾਲਮ ਨੇ, ਕਹਿੰਦੇ ਉਹ ਕਾਲਮ ਜਿਹੜੇ ਹੈ ਇਹਨਾਂ ਨੇ ਖਾਲੀ ਛੱਡਤੇ। ਇਹਨਾਂ ਨੇ ਜਿਹੜੀ ਰਿਟਰਨ ਭਰੀ ਹੈ ਉਹਦੇ ਵਿੱਚੋਂ 1 ਸਾਲ ਦੀ ਭਰੀ ਹੈ ਆਮਦਨ ਦਾ ਲੇਖਾ ਜੋਖਾ। ਉਹ ਕਹਿੰਦੇ ਵੀ ਸ਼ਾਇਦ 3 ਸਾਲ ਦਾ ਹੋਣਾ ਚਾਹੀਦਾ। ਕੁਝ ਹੋਰ ਵੀ ਉਸ ਤਰ੍ਹਾਂ ਦੀਆਂ ਜਿਹੜੀਆਂ ਇਲੈਕਸ਼ਨ ਕਮਿਸ਼ਨ, ਦੇਖੋ ਇਲੈਕਸ਼ਨ ਕਮਿਸ਼ਨ ਜਿਹੜੇ ਨੇਗੇ ਇਹ ਕੇਂਦਰ ਸਰਕਾਰ ਦੇ ਮੁਤਾਬਕ ਚੱਲਦੇ ਨੇ, ਜਿੰਨਾ ਮਰਜ਼ੀ ਕਹਿ ਲਓ ਕਿ ਨਿਰਪੱਖ ਚੱਲਣੇ ਨੇ। ਕੋਈ TN ਸੈਸ਼ਨ ਵਰਗਾ ਇਲੈਕਸ਼ਨ ਕਮਿਸ਼ਨ ਅਜੇ ਤੱਕ ਨਹੀਂ ਦੇਖਿਆ। ਜਿੱਥੇ ਵੋਟਾਂ ਪੈ ਰਹੀਆਂ ਨੇ ਉੱਥੇ ਜਿਹੜੀਆਂ ਹਾਕਮ ਧਿਰ ਤੋਂ ਵਿਰੋਧੀ ਪਾਰਟੀਆਂ ਨੇ ਉਹ ਇਹਨਾਂ ਤੇ ਇਲਜ਼ਾਮ ਲਾ ਰਹੀਆਂ ਨੇ। ਜੇ ਕਿਸਾਨਾਂ ਦਾ ਇਹ ਜਿਹੜਾ ਆਪਣਾ ਫਾਰਮ ਹੈ ਉਹਨੂੰ ਮੰਨਿਆ ਨਹੀਂ ਜਾਏਗਾ ਤਾਂ ਇਹ ਇੱਕ ਆਜ਼ਾਦ ਧੜੇ ਵਜੋਂ ਚੋਣ ਲੜਨਗੇ। ਫਿਰ ਹਰੇਕ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਚੋਣ ਨਿਸ਼ਾਨ ਵੱਖਰਾ ਵੱਖਰਾ ਅਲਾਟ ਹੋਵੇਗਾ ਜੀ। ਇਹ ਚਾਹੁੰਦੇ ਸੀ ਕਿ ਸਾਡਾ ਸਾਰਿਆਂ ਦਾ ਸੰਯੁਕਤ ਸਮਾਜ ਮੋਰਚੇ ਦਾ ਜਿਹੜਾ ਚੋਣ ਨਿਸ਼ਾਨ ਇੱਕੋ ਇੱਕ ਹੋਵੇ, ਉਹ ਹੋਵੇ ਟਰੈਕਟਰ। ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਆਪਣੇ ਇੱਥੇ ਕੁਝ ਚੋਣਾਂ ਹੋਈਆਂ ਸੀਗੀਆਂ ਮਿਊਨਿਸਪੈਲਿਟੀ ਦੇ ਨਾਲ ਸੰਬੰਧਿਤ। ਉਹਦੇ ਵਿੱਚ ਨਾ ਜਿਹੜੇ ਆਜ਼ਾਦ ਖੜੇ ਸੀ ਤੇ ਜਿਨ੍ਹਾਂ ਨੂੰ ਟਰੈਕਟਰ ਮਿਲ ਗਏ ਉਹ ਕਾਫੀ ਵੱਡੀ ਪੱਧਰ ਤੇ ਜਿੱਤੇ ਸੀ। ਯੂਪੀ ਦੇ ਵਿੱਚ ਜਿਹੜੀਆਂ ਬਲਾਕ ਸੰਮਤੀ ਚੋਣਾਂ ਸੀਗੀਆਂ ਤੇ ਜ਼ਿਲ੍ਹਾ ਪ੍ਰੀਸ਼ਦ, ਉਹਦੇ ਵਿੱਚ ਸਭ ਤੋਂ ਵੱਧ ਜੇ ਕੋਈ ਜਿੱਤੇ ਸੀ ਤਾਂ ਉਹ ਟਰੈਕਟਰ ਚੋਣ ਨਿਸ਼ਾਨ ਵਾਲੇ ਆਜ਼ਾਦ ਉਮੀਦਵਾਰ ਜਿੱਤੇ ਸੀ। ਇਹਦਾ ਮਤਲਬ ਉਸ ਵੇਲੇ ਪ੍ਰਭਾਵ ਲੋੜ ਤੋਂ ਵੱਧ ਸੀ। ਹੁਣ ਇਹਨਾਂ ਦੇ ਵਿੱਚ ਬਖਰੇਵਾਂ ਹੈ, ਲੇਕਿਨ ਇਹਨਾਂ ਦੇ ਜਿਹੜੇ ਆਗੂ ਨੇ, ਪ੍ਰੇਮ ਸਿੰਘ ਭੰਗੂ ਐਡਵੋਕੇਟ, ਉਹ ਕਹਿੰਦੇ ਜੀ ਓਬਜੈਕਸ਼ਨ ਲੱਗੇ ਨੇ। ਚੋਣ ਕਮਿਸ਼ਨ ਨੇ ਕਈ ਗੱਲਾਂ ਦੇ ਉੱਤੇ ਕਿੰਤੂ ਪਰੰਤੂ ਕੀਤਾ, ਲੇਕਿਨ ਸਾਨੂੰ ਕੁਝ ਸਮਾਂ ਦਿੱਤਾ ਗਿਆ। ਉਸ ਸਮੇਂ ਦੇ ਦੌਰਾਨ ਅਸੀਂ
ਜਿਹੜੇ ਵੀ ਉਹਨਾਂ ਨੇ ਇਤਰਾਜ਼ ਲਾਏ ਨੇ ਉਹਨਾਂ ਇਤਰਾਜ਼ਾਂ ਨੂੰ ਸਪਸ਼ਟ ਕਰਕੇ ਕਲੀਅਰ ਕਰਕੇ ਅਸੀਂ ਉਹ ਚੋਣ ਕਮਿਸ਼ਨ ਨੂੰ ਦੇ ਦਾਂਗੇ। ਔਰ ਉਮੀਦ ਹੈ ਕਿ ਚੋਣ ਕਮਿਸ਼ਨ ਸਾਨੂੰ ਸੰਯੁਕਤ ਸਮਾਜ ਮੋਰਚਾ ਵਜੋਂ ਜਿਹੜੀ ਹੈ ਉਹ ਮਾਨਤਾ ਦੇ ਦੇਵੇਗਾ। ਫਿਰ ਇਹਨਾਂ ਦੀ ਸਮੱਸਿਆ ਆਵੇਗੀ ਕਿ ਜਿਹੜੀ ਚੜੂਨੀ ਸਾਹਿਬ ਨੇ ਆਪਦੀ ਕਮੇਟੀ ਬਣਾਈ ਹੈ, ਜਿਹੜੀ ਉਹਨਾਂ ਨੇ ਸੰਯੁਕਤ ਕਿਸਾਨ ਕਮੇਟੀ ਬਣਾਈ ਹੈ, ਉਹ ਅੱਡ ਹੈ ਇਹਨਾਂ ਦੇ ਨਾਲ। ਭਾਵੇਂ ਉਹਦਾ ਗੱਠਜੋੜ ਹੈਗਾ ਪਰ ਉਹਨਾਂ ਨੂੰ ਆਪਦੀ ਰਜਿਸਟ੍ਰੇਸ਼ਨ ਵੱਖਰੀ ਕਰਨੀ ਪਵੇਗੀ। ਜੇ ਉਹ ਵੱਖਰੀ ਨਹੀਂ ਕਰਦੇ ਤਾਂ ਕੀ ਉਹ ਜੇ ਇਹਨਾਂ ਨੂੰ ਟਰੈਕਟਰ ਚੋਣ ਨਿਸ਼ਾਨ ਮਿਲ ਜਾਂਦਾ ਹੈ ਤਾਂ ਇਹਨਾਂ ਦੇ ਚੋਣ ਨਿਸ਼ਾਨ 'ਤੇ ਹੀ ਲੜਨਗੇ। ਇਹ ਇਹਨਾਂ ਦਾ ਆਪਸੀ ਮਾਮਲਾ ਹੈਗਾ। ਉਹਨਾਂ ਨੇ ਕੱਲ੍ਹ ਕਾਫੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਹਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚੋਂ ਉਹਨਾਂ ਨੇ ਤਕਰੀਬਨ 90 ਦੇ ਲਗਭਗ ਜਾ ਕੇ ਇਹ 3 ਸੂਚੀਆਂ ਦੇ ਵਿੱਚ ਉਹ ਆਪਣੇ ਉਮੀਦਵਾਰ ਜਾਰੀ ਕਰਤੇ ਹੈ। ਲੇਕਿਨ ਜਿਹੜਾ ਇਹ ਰਿੜਕਾ ਹੈਗਾ ਇਲੈਕਸ਼ਨ ਕਮਿਸ਼ਨ ਦੇ ਨਾਲ, ਇਹ ਜਦੋਂ ਤੱਕ ਮੁਕੰਮਲ ਤੌਰ 'ਤੇ ਪੂਰਾ ਨਹੀਂ ਹੁੰਦਾ ਉਦੋਂ ਤੱਕ ਸੋਚਣ ਦੀ ਜ਼ਰੂਰਤ ਹੈ ਕਿ ਇਹਨਾਂ ਨੂੰ ਰਜਿਸਟ੍ਰੇਸ਼ਨ ਮਿਲਦੀ ਹੈ ਜਾਂ ਨਹੀਂ ਮਿਲਦੀ। ਜੇ ਨਹੀਂ ਮਿਲਦੀ ਤਾਂ ਲੋਕਾਂ ਦੇ ਵਿੱਚ ਇੱਕ ਗੱਲ ਜਾਊਗੀ ਕਿ ਇਹਨਾਂ ਵੱਲੋਂ ਜੇ ਇਹ ਚੋਣ ਲੜਨੀ ਸੀ ਤਾਂ ਉਹਦੀ ਅਗਾਊਂ ਤਿਆਰੀ ਕਰਨੀ ਚਾਹੀਦੀ ਸੀ। ਇਹਦੇ 'ਚ ਨੁਕਸਾਨ ਵੀ ਹੋ ਸਕਦਾ ਹੈ ਜੇ ਇਹਨਾਂ ਨੂੰ ਮਾਨਤਾ ਰਜਿਸਟ੍ਰੇਸ਼ਨ ਇਲੈਕਸ਼ਨ ਕਮਿਸ਼ਨ ਵੱਲੋਂ ਨਹੀਂ ਮਿਲਦੀ। ਲੋਕ ਇਹ ਕਹਿਣਗੇ ਦੂਜੀਆਂ ਪਾਰਟੀਆਂ ਕਿ ਇਹ ਤਾਂ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਇਹਨਾਂ ਨੇ ਚੋਣਾਂ ਲੜਨੀਆਂ ਨੇ, ਜਿਹਦੇ ਕਰਕੇ ਇਹ ਵਾਰ-ਵਾਰ ਉੱਥੇ ਕਿਸੇ ਸਾਨੂੰ ਢੁੱਕਣ ਨਹੀਂ ਸੀ ਦਿੰਦੇ। ਹੁਣ ਉਸੇ ਪਾਸੇ ਆਪ ਆ ਗਏ ਨੇ। ਜੀ ਅਰਵਿੰਦਰ ਜੀ ਢਿੱਲੋਂ ਸਾਹਿਬ, ਇਹਦੇ ਨਾਲ ਹੀ ਇੱਕ ਵੱਡੀ ਖਬਰ ਇਹ ਸੀ ਕਿ ਕੱਲ੍ਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਤਾਂ ਉੱਥੇ ਪੁਲਿਸ ਫੋਰਸ ਵੀ ਅੰਦਰ ਮਜਬੂਰੀ 'ਚ ਉਹਨਾਂ ਨੂੰ ਜਾਣਾ ਪਿਆ। ਦੇਖੋ, ਉਹਨਾਂ ਦੇ ਜਿਹੜੇ ਉੱਥੋਂ ਦੇ ਡਾਇਰੈਕਟਰ ਨੇ ਉਹ ਨੇ ਨਰਿੰਦਰ ਸਿੰਘ। ਕਹਿੰਦੇ ਆ ਵੀ ਜਦੋਂ ਇਹ ਚੋਣ ਹੋਣ ਲੱਗੀ ਪਹਿਲਾਂ ਇੱਕ ਪ੍ਰਸਤਾਵ ਲਿਆਂਦਾ ਗਿਆ ਕਿ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ, ਇਹਨਾਂ ਨੂੰ ਐਕਟਿੰਗ ਪ੍ਰਧਾਨ ਦੇ ਤੌਰ 'ਤੇ ਮੰਨ ਲਿਆ ਜਾਵੇ। ਉਹਦੇ ਵਿੱਚ ਬਾਦਲ ਦਲ ਵਾਲਿਆਂ ਨੇ ਹੀ ਸਭ ਤੋਂ ਵੱਧ ਵਿਰੋਧ ਕੀਤਾ ਕਿ ਇਹਨਾਂ ਨੂੰ ਨਹੀਂ ਮੰਨਿਆ ਜਾ ਸਕਦਾ। ਜਦੋਂ ਉੱਥੇ ਵੋਟਾਂ ਪੈਣ ਲੱਗੀਆਂ, ਵੋਟਾਂ ਪੈਣ ਵੇਲੇ ਕਿਹਾ ਇਹ ਜਾ ਰਿਹਾ ਕਿ ਇੱਕ ਮੈਂਬਰ ਨੇ ਦੂਜੇ ਮੈਂਬਰ ਨੂੰ ਦਿਖਾਤੀ ਵੋਟ ਪਾਉਣ ਵੇਲੇ। ਅਰਵਿੰਦਰ ਜੀ, ਗੱਲ ਕੀ ਹੈ ਕਿ ਜਿਹੜੀਆਂ ਇਹ ਗੁਰਦੁਆਰੇ ਦੀਆਂ ਚੋਣਾਂ ਨੇ ਨਾ, ਇਹ ਗੁਰਦੁਆਰਿਆਂ ਦੀਆਂ ਚੋਣਾਂ ਹੁਣ ਗੁਰਦੁਆਰੇ ਦੀਆਂ ਚੋਣਾਂ ਰਹੀਆਂ ਨਹੀਂ। ਜਿਸ ਤਰੀਕੇ ਦੇ ਨਾਲ ਕੰਮ ਤਾਂ ਗੁਰਦੁਆਰੇ ਦੇ ਗੋਲਕਾਂ ਦੇ ਪ੍ਰਬੰਧਾਂ ਦਾ ਹੈ, ਪਰ ਇਹਨਾਂ ਦੀ ਮੂੰਹ ਗੁਰੂ ਵੱਲ ਪਿੱਠ ਹੈ, ਗੋਲਕਾਂ ਵੱਲ ਮੂੰਹ ਨੇ। ਲੜਾਈ ਗੋਲਕਾਂ ਦੇ ਪਿੱਛੇ ਕਰਦੇ ਆ। ਕੱਲ੍ਹ ਉੱਥੇ ਬਹੁਤ ਹੰਗਾਮਾ ਹੋਇਆ। ਇਹ ਵੀ ਪਤਾ ਲੱਗਿਆ ਕਿ ਪੱਗਾਂ ਲਹਿਣ ਤੱਕ ਦੀ ਨੌਬਤ ਆ ਗਈ ਸੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ, ਜਿਹੜਾ ਕਿ ਬਹੁਤ ਮੰਦਭਾਗਾ ਹੈ, ਗਲਤ ਹੈ। ਉਹ ਜਿਹੜੀ ਵੋਟ ਦੇ ਪਿੱਛੇ ਜਿਹੜੇ ਪਰਮਜੀਤ ਸਿੰਘ ਸਰਨਾ ਨੇ ਉਹਨਾਂ ਨੇ ਆਬਜੈਕਸ਼ਨ ਕੀਤਾ ਕਿ ਵੋਟ ਗੁਪਤ ਰੂਪ ਦੇ ਵਿੱਚ ਪੈਂਦੀ ਹੁੰਦੀ ਹੈ। ਜੇ ਵੋਟ ਗੁਪਤ ਰੂਪ ਵਿੱਚ ਨਾ ਹੋਵੇ, ਦੂਜੇ ਪਾਸੇ ਦਿਖਾਇਆ ਜਾਵੇ, ਉਹਦਾ ਜਿਹੜਾ ਚੋਣ ਮੁਹਿੰਮ ਹੈ ਉਸ ਦੀ ਉਲੰਘਣਾ ਹੈ। ਇਹ ਕਾਫੀ ਤੱਕ ਚੱਲਦਾ ਰਿਹਾ। ਰਾਤ ਦੇ ਲਗਭਗ 12 ਵਜੇ ਤੱਕ ਪਤਾ ਲੱਗਿਆ ਕਿ ਇਹਨਾਂ ਦੇ ਵਿੱਚ ਕਸ਼ਮਕਸ਼ ਹੁੰਦੀ ਰਹੀ। ਇਸੇ ਕਰਕੇ ਇਹਦੀ ਡਿਟੇਲ 1-2 ਅਖਬਾਰਾਂ ਨੇ ਹੀ ਵਿਸਥਾਰ 'ਚ ਛਾਪੀ ਹੈ। ਅੱਜ ਜਿਹੜੇ ਹਰਮੀਤ ਸਿੰਘ ਕਾਲਕਾ ਸੀਗੇ ਉਹ ਪ੍ਰਧਾਨ ਬਣ ਚੁੱਕੇ ਨੇ। ਮਿਸਟਰ ਕਾਲੋ ਨੇ, ਸ਼ਾਇਦ ਜਗਦੀਪ ਸਿੰਘ ਕਾਲੋ ਨੇ, ਉਹਨਾਂ ਨੂੰ ਜਨਰਲ ਸੈਕਟਰੀ ਬਣਾਇਆ ਗਿਆ। ਇੱਕ ਆਤਮਾ ਸਿੰਘ ਲਵਾਣਾ ਨੇ, ਉਹਨਾਂ ਨੂੰ ਜੂਨੀਅਰ ਮੀਤ ਪ੍ਰਧਾਨ। ਇਸ ਤਰ੍ਹਾਂ ਇਹਨਾਂ ਨੇ ਇਹ ਚੋਣ ਮੁਹਿੰਮ ਪੂਰੀ ਕਰਤੀ ਹੈ। ਅਜੇ ਇਹਦੀ ਡਿਟੇਲ ਅਜੇ ਹੋਰ ਆਵੇਗੀ ਜਦੋਂ ਦੂਜੀਆਂ ਧਿਰਾਂ ਆਪਦਾ ਪੱਖ ਦੱਸਣਗੀਆਂ ਕਿ ਕਾਰਨ ਕੀ ਰਿਹਾ। ਲੇਕਿਨ ਜਿਸ ਤਰੀਕੇ ਦੇ ਨਾਲ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਵਿਰੋਧ ਕੀਤਾ ਡਾਇਰੈਕਟਰ ਦੇ ਸਾਹਮਣੇ ਖੜ੍ਹ ਕੇ ਕਿ ਤੁਸੀਂ ਪੱਖਪਾਤੀ ਕਰ ਰਹੇ ਹੋ, ਪੁਲਿਸ ਦੇ ਇਸ਼ਾਰੇ 'ਤੇ ਕਰ ਰਹੇ ਹੋ, ਇਹ ਵੀ ਹੁਣ ਗੱਲ ਸਾਹਮਣੇ ਨਿਕਲ ਕੇ ਆ ਗਈ ਕਿ ਜਿਹੜੇ ਮਨਜਿੰਦਰ ਸਿੰਘ ਸਿਰਸਾ ਪਹਿਲਾਂ ਪ੍ਰਧਾਨ ਸੀ, ਉਹ ਭਾਵੇਂ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ, ਪਰ ਇਹਨਾਂ ਦੀ ਆਪਸੀ ਸਾਂਝ ਲੱਗਦਾ ਕਿ ਰਲੇ ਵਿਆ ਦੂਜਿਆਂ ਨੇ ਇਸ ਗੱਲ ਦੇ ਇਲਜ਼ਾਮ ਲਾਏ ਨੇ। ਇਹ ਤਾਂ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਵਾਸਤੇ ਇਹ ਕੰਮ ਕਰ ਰਹੇ ਨੇ। ਅੰਦਰ ਖਾਤੇ ਇਹ ਇਕੱਠੇ ਹੀ ਨੇ। ਪਰ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਉਹਨਾਂ ਦੇ ਉਮੀਦਵਾਰ ਵੱਧ ਜਿੱਤੇ ਸੀ ਪਹਿਲਾਂ, ਇਸ ਕਰਕੇ ਪਤਾ ਹੀ ਆ ਸਾਨੂੰ ਕਿ ਜਿਹਦੇ ਵੱਧ ਜਿੱਤੇ ਹੋਣ ਉਹ ਫਿਰ 4 ਜਥੇਦਾਰ ਤਖਤਾਂ ਵਾਲੇ ਪਾਉਣੇ ਹੁੰਦੇ ਆ, ਭਾਵੇਂ ਉਹਨਾਂ ਨੂੰ ਵੋਟਾਂ ਦਾ ਅਧਿਕਾਰ ਨਹੀਂ ਹੈਗਾ। ਕੁਝ ਮੈਂਬਰ ਕੋਪਟ ਕੀਤੇ ਜਾਂਦੇ ਹਨ। ਅਰਵਿੰਦਰ ਜੀ, ਕੱਲ੍ਹ ਸਰਦਾਰ ਤਰਲੋਚਨ ਸਿੰਘ ਦਾ ਇੱਕ ਆਰਟੀਕਲ, ਇੱਕ ਖਬਰ ਉਹਨਾਂ ਦੇ ਹਵਾਲੇ ਦੇ ਨਾਲ ਛਪੀ ਸੀ ਇੱਕ ਅਖਬਾਰ ਦੇ ਵਿੱਚ।
ਉਹ ਕਹਿੰਦਾ ਓਏ ਸਿੱਖੋ ਆ 5 ਸਿਤਾਰਾ ਹੋਟਲਾਂ ਦੇ ਵਿੱਚ ਬੈਠ ਕੇ ਆਪੋ ਆਪਣੇ ਹਮੈਤੀਆਂ ਨੂੰ ਲੈ ਕੇ ਬੈਠੇ ਹੋ, ਇਹ ਕਿੱਥੋਂ ਦੀ ਸਿੱਖੀ ਹੈ? ਗੁਰੂ ਦਾ ਸਿਧਾਂਤ ਤਾਂ ਸੰਗਤ ਤੇ ਪੰਗਤ ਦਾ ਹੈ। ਤੁਸੀਂ ਇਹਨਾਂ ਨੂੰ ਲਾਲਚ ਦੇ ਕੇ, ਜਦੋਂ ਇਹ ਚੋਣਾਂ ਹੋਈਆਂ ਨੇ ਆਪਾਂ ਦੇਖਿਆ ਹੀ ਹੈ, ਇਹਨਾਂ ਚੋਣਾਂ ਦੇ ਦੌਰਾਨ ਵੀ ਕਿਸ ਤਰੀਕੇ ਦੇ ਦੋਸ਼ ਇੱਕ ਦੂਜੇ ਤੇ ਲੱਗ ਰਹੇ ਸੀ, ਇੱਥੋਂ ਤੱਕ ਕਿ ਨਸ਼ੇ ਦੇ ਦੋਸ਼ ਵੀ ਲੱਗਣ ਲੱਗ ਗਏ। ਜੇ ਗੁਰਦੁਆਰਾ ਸਾਹਿਬਾਨਾਂ ਦੀਆਂ ਚੋਣਾਂ ਦੇ ਵਿੱਚ ਵੀ ਨਸ਼ੇ ਦੇ ਦੋਸ਼ ਲੱਗਣੇ ਨੇ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਵਿਰੋਧ ਕੀਤਾ ਸੀ, ਗੁਰੂ ਸਾਹਿਬ ਦਾ ਘੋੜਾ ਵੀ ਕਹਿੰਦੇ ਤੰਬਾਕੂ ਦਾ ਖੇਤ ਅੱਗੇ ਆ ਗਿਆ ਸੀ, ਉਸ ਤੋਂ ਪਹਿਲਾਂ ਰੁਕ ਗਿਆ ਸੀ। ਤਾਂ ਇਹ ਜਿਹੜਾ ਕੁਝ ਕਰਦੇ ਪਏ ਨੇ ਇਹ ਬਹੁਤ ਮੰਦਭਾਗਾ ਹੈ। ਇਹ ਗੋਲਕਾਂ ਵੱਲ ਸਾਰਾ ਕੰਮ ਕਰਦੇ ਰਹੇ। ਮੈਨੂੰ ਯਾਦ ਹੈ ਕਿ ਗੁਰੂ ਸਾਹਿਬ ਦਾ ਇੱਕ ਭਗਤ ਸੀ, ਉਹਦਾ ਵਿਆਹ ਸੀ ਭਾਈ ਜੋਗਾ ਸਿੰਘ। ਜੋਗਾ ਸਿੰਘ ਦਾ ਵਿਆਹ ਹੋਣ ਲੱਗਿਆ ਤੇ ਗੁਰੂ ਸਾਹਿਬ ਨੇ ਕਹਿ ਕੇ ਭੇਜਿਆ ਵੀ ਜਦੋਂ ਇਹਨੇ 2 ਲਾਵਾਂ ਪੜ੍ਹਤੀਆਂ ਨਾ, ਆਹ ਚਿੱਠੀ ਇਹਨੂੰ ਫੜਾ ਦੀ। ਉਹਨਾਂ ਨੂੰ ਪੜਾਇਆ ਗਿਆ ਵੀ ਤੇਰੀ ਬਹੁਤ ਵੱਡੇ ਪੱਧਰ ਤੇ ਲੋੜ ਹੈ। ਉਹ ਬੰਦਾ 2 ਲਾਵਾਂ ਵਿਚਕਾਰ ਛੱਡ ਕੇ ਵਾਪਸ ਆ ਗਿਆ ਸੀ। ਤੇ ਅੱਜ ਅਸੀਂ ਕਿੱਥੋਂ ਲੈ ਕੇ ਆਵਾਂਗੇ ਉਸ ਤਰ੍ਹਾਂ ਦੇ ਬੰਦੇ? ਤੇ ਉਹੇ ਜਿਹੇ ਫਿਰ ਪ੍ਰਬੰਧ ਹੋਣੇ ਆ ਜਿਨ੍ਹਾਂ ਤੇ ਇਲਜ਼ਾਮਬਾਜ਼ੀ ਲੱਗਦੀ ਆ। ਰੱਬ ਦਾ ਵਾਸਤਾ, ਇਹ ਜਿਹੜੇ ਗੁਰਦੁਆਰਾ ਸਾਹਿਬਾਨਾਂ ਦੀਆਂ ਧਾਰਮਿਕ ਸਥਾਨਾਂ ਦੀਆਂ ਚੋਣਾਂ ਨੇ, ਇਹਨਾਂ ਨੂੰ ਛੱਡ ਦਿਓ। ਸਿਆਸਤ ਕਰਨ ਵਾਸਤੇ ਬਾਹਰ ਮੰਚ ਤੁਹਾਡੇ ਕੋਲੇ ਬਥੇਰੇ ਨੇ। ਤਰਲੋਚਨ ਸਿੰਘ ਨੇ ਉਹਦੇ ਵਿੱਚ ਇਹ ਵੀ ਲਿਖਿਆ ਕਿ ਕੁਝ ਗੁਰਦੁਆਰਾ ਸਾਹਿਬਾਨ ਉਹ ਨੇ ਜਿਨ੍ਹਾਂ ਦੇ ਉੱਤੇ ਨਿੱਜੀ ਕਮੇਟੀਆਂ ਦਾ ਪ੍ਰਬੰਧ ਹੈ, ਉਹਨਾਂ ਦੇ ਪ੍ਰਬੰਧ ਇਹਨਾਂ ਦੇ ਨਾਲੋਂ ਕਈ ਗੁਣਾ ਚੰਗੇ ਨੇ। ਜੀ ਢਿੱਲੋਂ ਸਾਹਿਬ, ਇੱਕ ਪੰਜਾਬ ਦੀ ਰਾਜਨੀਤੀ 'ਚ ਗੱਲ ਚੱਲ ਰਹੀ ਸੀਗੀ, ਅਮਰਿੰਦਰ ਭਾਜਪਾ ਸੰਯੁਕਤ ਅਕਾਲੀ ਦਲ, ਹਾਂਜੀ ਹਾਂਜੀ, ਢੀਂਡਸਾ ਸਾਹਿਬ ਵਾਲਾ, ਹਾਂਜੀ। ਤੇ ਇਹਦੇ 'ਚ ਬੜੇ ਪੇਚ ਫਸ ਰਹੇ ਨੇ ਆਪਸ ਦੇ ਵਿੱਚ। ਬੀਜੇਪੀ ਵਾਲਿਆਂ ਨੇ ਪ੍ਰਚਾਰ ਵੀ ਸ਼ੁਰੂ ਕਰਤਾ, ਟਿਕਟਾਂ ਅਨਾਊਂਸ ਕਰਨੀਆਂ ਵੀ ਸ਼ੁਰੂ ਕਰਤੀਆਂ, ਢੀਂਡਸਾ ਸਾਹਿਬ ਵੀ ਕਰ ਰਹੇ ਨੇ, ਕੈਪਟਨ ਅਮਰਿੰਦਰ ਵੀ। ਪਰ ਇਹ ਪੇਚ ਹੈ ਕੀ ਹੈ ਜੀ? ਇਹ ਜ਼ਰੂਰ ਦਰਸ਼ਕਾਂ ਨੂੰ ਦੱਸਿਓ। ਦੇਖੋ, ਕਈ ਥਾਵਾਂ ਦੇ ਉੱਤੇ ਇਹਨਾਂ ਦਾ ਆਪਸ ਵਿੱਚ ਦੀ ਪੇਚ ਇਸ ਕਰਕੇ ਫਸਿਆ ਸੀ, ਜਿਵੇਂ ਸੰਗਰੂਰ ਦੇ ਵਿੱਚ ਉਹ ਕਹਿੰਦੇ ਸੀ ਕਿ ਵੀ ਢੀਂਡਸਾ ਸਾਹਿਬ ਦਾ ਜ਼ੋਰ ਹੈ, ਢੀਂਡਸਾ ਸਾਹਿਬ ਨੂੰ ਸੀਟਾਂ ਵੱਢ ਛੱਡ ਦਿਓ। ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਛੱਡਣ ਨੂੰ ਤਿਆਰ ਨਹੀਂ ਸੀ ਵੀ ਸਾਰੀਆਂ ਸੀਟਾਂ ਮੈਨੂੰ ਦਿਓ, ਕਿਉਂਕਿ ਪਟਿਆਲੇ ਨਾਲ ਮੇਰਾ ਸੰਬੰਧ ਹੈ। ਇਹ ਚੀਜ਼ਾਂ ਨੂੰ ਲੈ ਕੇ ਸੀਟਾਂ ਦੀ ਵੰਡ ਨੂੰ ਕਾਫੀ ਆ। ਤੁਸੀਂ ਹੈਰਾਨ ਹੋਵੋਗੇ ਕਿ ਐਕਤੀ ਕਮਲ ਦਾ ਨਿਸ਼ਾਨ ਪੰਜਾਬ ਦੇ ਵਿੱਚ 42 ਥਾਵਾਂ ਤੇ ਪਹਿਲੀ ਵਾਰ ਖਿਲੇਗਾ। ਹੁਣ ਤੱਕ ਤਾਂ ਇਹ ਅਕਾਲੀ ਦਲ ਦੇ ਛੋਟੇ ਭਰਾ ਬਣ ਕੇ ਲੜਦੇ ਰਹੇ ਨੇ। 23 ਸੀਟਾਂ ਇਹਨਾਂ ਨੂੰ ਛੱਡਦੇ ਹੁੰਦੇ ਸੀ, ਉਹ 94 ਤੇ ਆਪ ਲੜਦੇ ਸੀ। ਹੁਣ ਪਹਿਲੀ ਵਾਰ ਇਹ ਭਾਰਤੀ ਜਨਤਾ ਪਾਰਟੀ 65 ਸੀਟਾਂ ਤੇ ਚੋਣ ਲੜ ਰਹੀ ਹੈ। ਕੈਪਟਨ ਅਮਰਿੰਦਰ ਸਿੰਘ 38 ਤੇ ਅਤੇ ਢੀਂਡਸਾ ਸਾਹਿਬ 14 ਸੀਟਾਂ ਦੇ ਉੱਤੇ ਚੋਣ ਲੜ ਰਹੇ ਨੇ। ਢੀਂਡਸਾ ਸਾਹਿਬ ਨੇ 12 ਸੀਟਾਂ ਆਪਣੀਆਂ ਐਲਾਨ ਕਰਤੀਆਂ। ਭਾਰਤੀ ਜਨਤਾ ਪਾਰਟੀ ਨੇ ਵੀ ਅੱਧ ਤੋਂ ਵੱਧ ਆਪਣੀਆਂ ਸੀਟਾਂ ਤੇ ਐਲਾਨ ਕਰਤਾ। ਤੁਸੀਂ ਸਮਝਿਆ ਹੋਵੇਗਾ ਕਿ ਪਿਛਲੇ ਜਿਹੜੀ ਸੀਟ ਇਹਨਾਂ ਨੇ ਪਹਿਲੀ ਸੂਚੀ ਜਾਰੀ ਕੀਤੀ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦਾ ਨਾਂ ਹੀ ਹੈ ਨਹੀਂ ਸੀ। ਉਹ ਬਾਅਦ ਦੇ ਵਿੱਚ ਇੱਕ ਸਬ ਲਿਸਟ ਜਾਰੀ ਕੀਤੀ ਗਈ, ਉਹਦੇ ਵਿੱਚ ਪਾਇਆ ਗਿਆ ਕਿ ਨਹੀਂ, ਇਹ ਇੱਥੇ ਹੀ ਨੇ, ਹੈਗੇ ਨੇ। ਸੋ ਕਈ ਥਾਵਾਂ ਦੇ ਉੱਤੇ ਇਹ ਜ਼ੋਰ ਜਮਾਈ ਹੋ ਰਹੀ ਸੀ ਕਿ ਇਹਨੂੰ ਦਿੱਤੀ ਜਾਵੇ, ਇਹਨੂੰ ਦਿੱਤੀ ਜਾਵੇ, ਇਹਨੂੰ ਦਿੱਤੀ ਜਾਵੇ। ਫਿਰ ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਗੁਪਤ ਸਰਵੇ ਕਰਾਇਆ, ਜਿਹਦੇ ਵਿੱਚ ਜਿਹੜਾ ਬੰਦਾ ਜੇਤੂ ਵਾਲੇ ਪਾਸੇ ਹੈ, ਫੈਸਲਾ ਕੀਤਾ ਗਿਆ ਕਿ ਆਪਾਂ ਜੇਤੂ ਰਹਿਣ ਵਾਲੇ ਉਮੀਦਵਾਰ ਨੂੰ ਹੀ ਟਿਕਟ ਦੇ ਕੇ ਅੱਗੇ ਲਿਆਂਦਾ ਜਾਵੇ, ਭਾਵੇਂ ਉਹ ਢੀਂਡਸਾ ਸਾਹਿਬ ਦਾ ਹੈ, ਭਾਵੇਂ ਉਹ ਕੈਪਟਨ ਸਾਹਿਬ ਦਾ ਜਾਂ ਭਾਰਤੀ ਜਨਤਾ ਪਾਰਟੀ ਦਾ। ਪਹਿਲੀ ਵਾਰ ਤਾਂ ਇਹ 65 ਸੀਟਾਂ ਤੇ ਲੜਨ ਲੱਗੇ ਨੇ ਭਾਰਤੀ ਜਨਤਾ ਪਾਰਟੀ ਵਾਲੇ। ਇਸ ਤੋਂ ਪਹਿਲਾਂ ਤਾਂ ਇਹਨਾਂ ਦੇ ਕੋਲੇ ਕੁਝ ਹੈ ਨਹੀਂ ਸੀ, ਇਕੱਠ ਇਹਨਾਂ ਤੋਂ ਹੁੰਦੇ ਨਹੀਂ ਸੀ। ਜਿਹੜਾ ਕੁਝ 5 ਜਨਵਰੀ ਨੂੰ ਫਿਰੋਜ਼ਪੁਰ ਦੇ ਵਿੱਚ ਵਾਪਰਿਆ, ਜੇ ਅਕਾਲੀਆਂ ਨਾਲ ਹੁੰਦੇ ਤਾਂ ਘੱਟੋ ਘੱਟ ਇਹਨਾਂ ਦਾ ਇਹ ਜਲੂਸ ਤਾਂ ਨਾ ਨਿਕਲਦਾ ਲੋਕਾਂ ਨੂੰ ਉੱਥੇ ਲਿਆਉਣ ਵਾਲਾ। ਸੋ ਪੇਚ ਇੱਥੇ ਹੀ ਫਸਿਆ ਵਾ ਸੀ। ਕਈ ਥਾਵਾਂ ਦੇ ਉੱਤੇ ਦਾਅਵੇਦਾਰ ਇੱਕ ਤੋਂ ਜ਼ਿਆਦਾ ਸਨ ਜੀ। ਸੋ ਜਿੱਥੇ ਭਾਜਪਾ ਵਾਲਾ ਪੇਚ ਫਸ ਰਿਹਾ ਜੀ, ਉੱਥੇ ਹੀ ਕਾਂਗਰਸ ਦੇ ਵਿੱਚ ਵੀ ਬਗਾਵਤਾਂ ਹੋਈਆਂ ਜਦੋਂ ਟਿਕਟਾਂ ਅਨਾਊਂਸ ਹੋਈਆਂ ਨੇ ਇਸ ਹਫ਼ਤੇ, ਤੇ ਉਸ ਤੋਂ ਬਾਅਦ ਸਬ ਕਮੇਟੀ ਦਾ ਗਠਨ ਕੀਤਾ ਗਿਆ। ਉਹਦੀ ਕੀ ਜ਼ਰੂਰਤ ਪੈ ਗਈ ਢਿੱਲੋਂ ਸਾਹਿਬ? ਇਹ ਨਾ ਜੀ 2 ਦਿਨਾਂ ਤੋਂ ਚੱਲ ਰਿਹਾ ਸੀ। 31 ਉਮੀਦਵਾਰ ਇਹਨਾਂ ਨੇ ਐਲਾਨਣੇ ਨੇ, 86 ਇਹ ਪਹਿਲਾਂ ਐਲਾਨ ਚੁੱਕੇ ਨੇ। ਤੁਹਾਨੂੰ ਯਾਦ ਹੋਵੇਗਾ ਕਿ ਬਹੁਤ ਸਾਰੇ ਨਾਮਵਾਰ ਨੇ, ਜਿਹੜੇ ਸੁਖਪਾਲ ਭੁੱਲਰ, ਕੁਲਦੀਪ ਸਿੰਘ ਵੈਦ, ਇੱਕ ਮਿਸਟਰ DC ਨੇ, ਇਹਨਾਂ ਸਾਰਿਆਂ ਦੀਆਂ ਟਿਕਟਾਂ ਅਜੇ ਰਹਿੰਦੀਆਂ ਨੇ। ਕਈ ਥਾਵਾਂ ਦੇ ਉੱਤੇ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਕਿ ਅੱਧੇ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ, ਸਹਿਮਤੀ ਨਹੀਂ ਬਣ ਰਹੀ ਸੀ। ਇਹ 3 ਮੈਂਬਰੀ ਇਹ ਕਮੇਟੀ, ਕੁਝ ਹੋਰ ਸਾਰਿਆਂ ਦੀ ਵੱਖੋ ਵੱਖਰੀ ਰਾਏ ਸੀ। ਅਖੀਰ ਇੱਕ ਫਾਰਮੂਲਾ ਤਿਆਰ ਕੀਤਾ ਗਿਆ ਵੀ ਇੱਕ ਸਬ ਕਮੇਟੀ ਬਣਾ ਦਿਓ,
ਉਹਦੇ ਵਿੱਚ ਪੰਜਾਬ ਵਾਲੇ ਵੀ ਲੈ ਲਏ, ਦੂਜੇ ਵੀ ਲੈ ਲਏ। ਇਹ ਸਬ ਕਮੇਟੀ ਦੀ ਮੀਟਿੰਗ ਅੱਜ ਹੈ। ਇਹ ਸਬ ਕਮੇਟੀ ਅੱਜ ਉਮੀਦਵਾਰਾਂ ਦੀ ਸੂਚੀ ਤੈਅ ਕਰਕੇ ਅੰਤਮ ਸ਼ੋਅ ਦਿਵਾਉਣ ਵਾਸਤੇ ਬੀਬੀ ਸੋਨੀਆ ਗਾਂਧੀ ਨੂੰ ਭੇਜਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਦੇਰ ਰਾਤ ਤੱਕ ਇਹਨਾਂ ਦੀ 31 ਉਮੀਦਵਾਰਾਂ ਦੀ ਜਿਹੜੀ ਸੂਚੀ ਹੈ ਉਹ ਜੱਗ ਜ਼ਾਹਰ ਹੋ ਜਾਵੇਗੀ। ਪਰ ਇਹ ਦੇਰ ਬਹੁਤ ਕਰ ਰਹੇ ਨੇ। ਆਮ ਤੌਰ ਤੇ ਕਾਂਗਰਸ ਵਾਲਿਆਂ ਦਾ ਤਾਂ ਕੰਮ ਹੀ ਇਹ ਹੈ ਕਿ ਵਿਹੜੇ ਬੈਠੀ ਜੰਝ ਬਿਨੋ ਕੁੜੀ ਦੇ ਕੰਨ। ਉਦੋਂ ਤੱਕ ਕਈ ਵਾਰ ਤਾਂ ਮਤਲਬ ਸਵੇਰੇ ਲਾਸਟ ਦਿਨ ਹੁੰਦਾ ਨਾਮਜ਼ਦਗੀ ਦਾ ਤੇ ਇਹਨਾਂ ਦੀ ਟਿਕਟ ਅਜੇ ਫਾਈਨਲ ਨਹੀਂ ਹੋਈ ਹੁੰਦੀ। ਇਹ ਇਸੇ ਕਰਕੇ ਵਾਰੀ-ਵਾਰੀ ਕਾਂਗਰਸ ਜਿਹੜੀ ਹੈ ਭਾਰਤ ਦੇ ਵਿੱਚੋਂ ਬਾਹਰ ਹੋ ਰਹੀ ਹੈ ਤੇ ਨਰਿੰਦਰ ਮੋਦੀ ਦਾ ਸੁਪਨਾ ਪੂਰਾ ਕਰ ਰਹੀ ਹੈ ਕਾਂਗਰਸ ਮੁਕਤ ਭਾਰਤ। ਜਿੱਥੇ ਇਹ ਜਿੱਤੇ ਵੀ ਉੱਥੇ ਵੀ ਬਰਕਰਾਰ ਨਹੀਂ ਰੱਖ ਸਕੇ। ਖਾਸ ਕਰ ਜੇ ਮੈਂ ਗੱਲ ਕਰਾਂ ਮੱਧ ਪ੍ਰਦੇਸ਼ ਦੀ, ਇਹਨਾਂ ਕੋਲੇ ਬਹੁਮਤ ਸੀ, ਉੱਥੇ ਸਹੀ ਪੱਤਾ ਨਾ ਖੇਡਿਆ ਉਹਨਾਂ ਨੇ। ਜੋਗੀ ਉਹ ਜਿਹੜਾ ਮੁੰਡਾ ਹੈਗਾ ਉਹ ਇਹਨਾਂ ਤੋਂ ਵੱਖ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਲ ਗਿਆ। ਕਾਫੀ ਵੱਡੇ ਆਗੂ ਹੁੰਦੇ ਸੀ ਕਾਂਗਰਸ ਦੇ ਉਸ ਤੋਂ ਮੱਧ ਪ੍ਰਦੇਸ਼ ਦੇ ਵਿੱਚੋਂ ਜਿਨ੍ਹਾਂ ਦਾ ਉਹ ਸੁਪੁੱਤਰ ਹੈਗਾ। ਉੱਥੇ ਦਾ ਆਪਾਂ ਹਾਲ ਦੇਖ ਸਕਦੇ ਹਾਂ, ਰਾਜਸਥਾਨ ਦਾ ਕੀ ਵਾਪਰਿਆ ਮਸਾਂ ਉੱਥੇ। ਹੋਰ ਦੇਖੋ ਗੋਆ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਤੇ ਜਿਹਨੂੰ ਭੇਜਿਆ ਗਿਆ ਉੱਥੇ ਉਹਨੂੰ ਨਵਾਂ ਇਸ਼ਕ ਜਾਗ ਗਿਆ, ਉਹਨੇ ਵਿਆਹ ਕਰਾ ਲਿਆ। ਉਹ 3 ਦਿਨ ਹੋਟਲ 'ਚ ਕਿਸੇ ਨੂੰ ਮਿਲਿਆ ਨਹੀਂ। ਇੰਨੀ ਦੇਰ 'ਚ ਭਾਜਪਾ ਵਾਲਿਆਂ ਨੇ ਇਹਨਾਂ ਦੇ ਬੰਦੇ ਤੋੜੇ ਤੇ ਆਪਣੀ ਸਰਕਾਰ ਬਣਾ ਲਈ। ਜੀ ਅਰਵਿੰਦਰ ਜੀ। ਤੇ ਢਿੱਲੋਂ ਸਾਹਿਬ ਇਹੀ ਹਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆ। ਉਹਨਾਂ ਨੂੰ ਵੀ ਟਿਕਟਾਂ ਦੀ ਅਦਲਾ ਬਦਲੀ ਕਰਨੀ ਪੈਗੀ, ਇੱਕ ਵਾਰੀ ਅਨਾਉਂਸ ਕਰਕੇ ਫਿਰ ਵੀ ਉਹਨਾਂ ਨੂੰ ਅਦਲਾ ਬਦਲੀ ਕਰਨੀ ਪੈਗੀ। ਇਹ ਦਰਸ਼ਕਾਂ ਨੂੰ ਦੱਸਿਓ ਕਿ ਕਿਹੜੇ ਹਲਕੇ ਦੀ ਟਿਕਟ ਚੇਂਜ ਕੀਤੀ, ਉਹਦੇ ਪਿੱਛੇ ਕਾਰਨ ਕੀ ਹੈ ਜੀ? ਇਹ ਨਾ ਜੀ ਬੱਲੂਆਣਾ ਸੀਟ ਹੈਗੀ ਜਿੱਥੋਂ ਹਰਦੇਵ ਸਿੰਘ ਦੇਵ ਨੂੰ ਟਿਕਟ ਦਿੱਤੀ ਸੀ। ਆਪਣੇ ਪੁਰਾਣੇ ਉਮੀਦਵਾਰ ਮਿਸਟਰ ਘੁੜਿਆਣਾ ਨੂੰ ਕੱਟ ਕੇ, ਘੁੜਿਆਣਾ ਸਾਹਿਬ ਇਹਨਾਂ ਦੇ ਵੇਲੇ ਉੱਥੇ ਵਿਧਾਇਕ ਹੁੰਦੇ ਸੀਗੇ, ਉਹਨਾਂ ਦੀ ਟਿਕਟ ਕੱਟ ਕੇ ਹਰਦੇਵ ਸਿੰਘ ਮੇਘ ਨੂੰ ਟਿਕਟ ਦਿੱਤੀ ਸੀ, ਜਿਹਦੇ ਬਾਰੇ ਇਹ ਪ੍ਰਚਾਰ ਹੈ ਕਿ ਉਹ ਸਿਰਸੇ ਵਾਲੇ ਨਾਲ ਸੰਬੰਧਿਤ ਹੈ, ਉਹਦਾ ਪੈਰੋਕਾਰ ਹੈ, ਉਹਦੀ ਕਮੇਟੀ ਦਾ ਮੈਂਬਰ ਹੈ। ਅੰਦਰ ਖਾਤੇ ਪਤਾ ਲੱਗਿਆ ਕਿ ਆਸੇ-ਪਾਸੇ ਇਹਨਾਂ ਨੂੰ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਸਿੱਖਾਂ ਨਾਲ ਸੰਬੰਧਿਤ ਵੋਟ ਆ ਪਿੰਡਾਂ ਦੇ ਵਿੱਚ, ਇਹ ਪ੍ਰਭਾਵਿਤ ਹੋ ਰਹੀ ਹੈ। ਅੱਜ ਇਹਨਾਂ ਨੇ ਉਹਨੂੰ ਬਦਲ ਕੇ ਪ੍ਰਿਥੀ ਪਾਲ ਹੈ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ, ਪ੍ਰਿਥੀਵਾਲ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ। ਹੁਣ ਇਹਨਾਂ ਦਾ ਉੱਥੇ ਵਿਰੋਧ ਜਿਹੜਾ ਹੈਗਾ ਉਹ ਹਰਦੇਵ ਸਿੰਘ ਮੇਘ ਵੀ ਕਰਨ ਲੱਗੇ ਨੇ। ਜਿਹੜੇ ਬੰਦੇ ਨੇ 30-40 ਦਿਨਾਂ ਤੋਂ ਪ੍ਰਚਾਰ ਸ਼ੁਰੂ ਕੀਤਾ ਵਾ ਸੀ, ਅੱਜ ਤੁਸੀਂ ਉਹਦੀ ਟਿਕਟ ਬਦਲਦੇ ਹੋ। ਜੇ ਸੁਖਬੀਰ ਸਿੰਘ ਬਾਦਲ ਨੂੰ ਕੱਲ ਜਲਾਲਾਬਾਦ ਦੇ ਵਿੱਚ ਪੱਤਰਕਾਰਾਂ ਨੇ ਪੁੱਛਿਆ ਕਿ ਉਹ ਕਹਿੰਦਾ ਮੈਂ ਤਾਂ ਬਾਹਰ ਗਿਆ ਵਾ ਸੀ, ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਇਹ ਕਿਵੇਂ ਕੱਟੀ ਗਈ। ਪਾਰਟੀ ਪ੍ਰਧਾਨ ਦੇ ਮੂੰਹੋਂ ਇਸ ਤਰ੍ਹਾਂ ਟਲਣਾ ਇਹ ਸ਼ੋਭਾ ਨਹੀਂ ਦਿੰਦਾ। ਹਾਲਾਂਕਿ ਉਹ ਪਿਛਲੇ 3 ਦਿਨਾਂ ਤੋਂ ਲੰਬੀ ਦੇ ਵਿੱਚ ਹੀ ਆਪਣੇ ਪਿੰਡ ਬਾਦਲ ਦੇ ਵਿੱਚ ਡੇਰੇ ਲਾਏ ਹੋਏ ਨੇ, ਉਹਨਾਂ ਨੇ ਉੱਥੇ ਹੀ ਸੀਗੇ ਉਹ। ਲੇਕਿਨ ਇਹ ਟਿਕਟ ਦਾ ਬਦਲ ਜਾਣਾ, ਦੂਜੇ ਬੰਦੇ ਨੂੰ ਉੱਥੇ ਸਾਹਮਣੇ ਲੈ ਕੇ ਆਉਣਾ, ਲੱਗਦਾ ਹੈ ਕਿ ਉਹਨਾਂ ਨੂੰ ਜਿਹੜੀ ਪੇਂਡੂ ਵੋਟ ਸੀ ਉਸ ਦਾ ਖਤਰਾ ਨਜ਼ਰ ਆਇਆ ਕਿ ਸਿੱਖ ਵੋਟ ਸਾਨੂੰ ਨਹੀਂ ਪੈਣੀ ਇਹਨਾਂ ਕਰਕੇ। ਤੇ ਜੇ ਹੁਣ ਇਹਦੀ ਟਿਕਟ ਕੱਟਤੀ ਹੈ ਤਾਂ ਫਿਰ ਜਿਹੜੇ, ਕਿਉਂਕਿ ਇਸ ਵੇਲੇ ਅਰਵਿੰਦਰ ਜੀ ਜਿਹੜਾ ਡੇਰਾ ਦਾ ਵੋਟ ਬੈਂਕ ਹੈ ਨਾ, ਉਹਦੇ ਬਾਰੇ ਚਰਚਾ ਚੱਲ ਰਹੀ ਹੈ ਚਾਰੇ ਪਾਸਿਆਂ ਤੋਂ ਕਿ ਉਹਨੂੰ ਭਾਰਤੀ ਜਨਤਾ ਪਾਰਟੀ ਵਾਲੇ ਪ੍ਰਭਾਵਿਤ ਕਰਨਗੇ ਜੀ। ਜੇ ਕਿਸੇ ਵੇਲੇ ਕਿਸੇ ਨੇ ਇੱਕ ਕਹਾਵਤ ਲਿਖੀ ਸੀ ਕਿ ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਰਾਂਝਾ ਤੈਂ ਕੀ ਇਸ਼ਕ ਚੋਂ ਖੱਟਿਆ ਵੇ। ਸਿੱਖ ਵੋਟ ਵੀ ਭੁਜਾਲੀ, ਸਰਸੇ ਵਾਲੇ ਵੀ ਨਾਲ ਨਾ ਖੜੇ, ਤੇ ਫਿਰ ਸੁਖਬੀਰ ਸਿੰਘ ਬਾਦਲ ਦੀ ਉਸ ਤਰ੍ਹਾਂ ਦੀ ਸਥਿਤੀ ਹੈਗੀ ਹੈ। ਮੇਰੇ ਕਹਿਣ ਦਾ ਮਤਲਬ ਕਿ ਉੱਥੋਂ ਜਿਹੜੀ ਪੇਂਡੂ ਵੋਟ ਹੈ, ਸਿੱਖ ਵੋਟ ਹੈ, ਉਹ ਤਾਂ ਕਿਸਾਨੀ ਕਰਕੇ ਵੀ 2 ਹੀ ਵੋਟਾਂ ਅਕਾਲੀ ਦਲ ਕੋਲ ਸੀ, ਇੱਕ ਪੰਥ ਤੇ ਇੱਕ ਕਿਸਾਨ, ਦੋਹੇ ਇਹਨਾਂ ਤੋਂ ਦੂਰ ਹੋ ਗਏ ਨੇ, ਜਿਹਦੇ ਕਰਕੇ ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਉਹ ਕਾਫੀ ਹਾਸ਼ੀਏ ਵਾਲੀ ਬਣੀ ਵੀ ਹੈ। ਉਹਨੂੰ ਕਿਵੇਂ ਸੁਖਬੀਰ ਸਿੰਘ ਬਾਦਲ ਦੁਬਾਰਾ ਮੁੱਖ ਧਾਰਾ 'ਚ ਲੈ ਕੇ ਆਉਂਦੇ ਨੇ ਇਹ ਤਾਂ ਉਹੀ ਦੱਸ ਸਕਦੇ ਆ। ਪਰ ਬੱਲੂਆਣੇ ਦੀ ਸੀਟ ਬਦਲਤੀ। ਜਿਹੜੇ ਮਿਸਟਰ ਘੁੜਿਆਣਾ ਸੀਗੇ, ਘੁੜਿਆਣਾ ਬੀਜੇਪੀ ਨੂੰ ਜੁਆਇਨ ਕਰ ਗਿਆ, ਉਹ ਅਗਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਬੱਲੂਆਣੇ ਤੋਂ ਉਮੀਦਵਾਰ ਹੋਣਗੇ, ਜਿਹੜੇ ਕਿਸੇ ਵੇਲੇ ਅਕਾਲੀ ਦਲ ਦੇ ਉਮੀਦਵਾਰ ਹੋਇਆ ਕਰਦੇ ਸੀ ਜੀ। ਤੇ ਢਿੱਲੋਂ ਸਾਹਿਬ, ਅਖਿਲੇਸ਼ ਯਾਦਵ ਯੂਪੀ ਦੇ ਵਿੱਚ ਬਹੁਤ ਵੱਡਾ ਚਿਹਰਾ ਹੈ ਇਸ ਵੇਲੇ ਰਾਜਨੀਤੀ ਦਾ। ਉਹ ਕਿਸਾਨਾਂ ਬਾਰੇ ਵੀ ਗੱਲ ਕਰਦਾ ਆ, MSP ਬਾਰੇ ਗੱਲ ਕਰਦਾ ਹੈ, ਫਿਰ ਹੁਣ 22 ਲੱਖ ਨੌਕਰੀਆਂ ਦੀ ਗੱਲ ਕਰਦਾ ਹੈ ਕਿ IT ਸੈਕਟਰ 'ਚ 22 ਲੱਖ ਨੌਕਰੀਆਂ ਉਹ ਦਿਵਾਉਣਗੇ ਜੇ ਉਹਨਾਂ ਦੀ ਸਰਕਾਰ ਆਉਂਦੀ ਹੈ। ਦੇਖੋ, ਇਸ ਸੈਕਟਰ ਦੇ ਵਿੱਚ ਬਹੁਤ ਵੱਡੇ ਪ੍ਰਭਾਵ ਨੇ।
ਅਖਿਲੇਸ਼ ਯਾਦਵ ਨੇ ਜੇ ਇਹ ਗੱਲ ਕੀਤੀ ਹੈ ਤਾਂ ਜਿਹੜਾ ਭਵਿੱਖ ਹੈਗਾ ਉਹ ਆਈਟੀ ਸੈਕਟਰ ਦਾ ਹੀ ਹੈ। ਜੇ ਆਈਟੀ ਸੈਕਟਰ ਨੂੰ ਅਸੀਂ ਡਿਵੈਲਪ ਕਰ ਲਈਏ ਤਾਂ ਆ ਨੌਜਵਾਨ ਅੱਜ ਬਾਹਰ ਵਿਦੇਸ਼ਾਂ ਦੇ ਵਿੱਚ ਨਾ ਜਾਵੇ। ਉਹਨਾਂ ਨੇ ਕਿਹਾ, ਪਹਿਲਾਂ ਉਹਨਾਂ ਨੇ ਕਿਹਾ ਕਿ ਸਾਰੀਆਂ ਫਸਲਾਂ ਤੇ MSP ਦੇਵਾਂਗੇ, ਇਹਦਾ ਮਤਲਬ ਕਿਸਾਨ ਨਾਲ ਲਾ ਲੇ। ਜੇ ਉਹ ਕਹਿ ਰਿਹਾ ਕਿ 22 ਲੱਖ ਨੌਕਰੀ ਮੈਂ ਆਈਟੀ ਸੈਕਟਰ 'ਚ ਮੁਹੱਈਆ ਕਰਾਵਾਂਗਾ ਤਾਂ ਅਰਵਿੰਦਰ ਜੀ ਫਿਰ ਨੌਜਵਾਨ ਨਾਲ ਲੱਗ ਸਕਦਾ ਜੇ ਇਹ ਅਮਲੀ ਜਾਮਾ ਇਹਨੂੰ ਪਹਿਨਾ ਦਿੱਤਾ ਜਾਵੇ, ਉਸ ਪਾਸੇ ਵੱਲ ਗਏ ਹੋਣ। ਸੋ ਇਸ ਵੇਲੇ ਅਖਿਲੇਸ਼ ਯਾਦਵ ਜਿਹੜਾ ਹੈਗਾ ਉਹ ਦੂਜਿਆਂ ਦੇ ਮੁਕਾਬਲੇ ਕਾਫੀ ਅੱਗੇ ਜਾ ਰਿਹਾ ਹੈਗਾ। ਸੋ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਹੈ, ਇਹ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਵਾਲੀ ਗੱਲ ਕੀਤੀ ਹੈ। ਜੋ ਉੱਥੋਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਕਿਉਂਕਿ ਕਿਸਾਨਾਂ ਦਾ ਇੱਕ ਵੱਡੇ ਆਗੂ ਨੇ ਨਰੇਸ਼ ਟਕੈਤ, ਉਹਨਾਂ ਨੇ ਵੀ ਕਹਿ ਦਿੱਤਾ ਹੈਗਾ ਕਿ ਸਪਾ ਤੇ ਜਿਹੜਾ ਰਾਸ਼ਟਰੀ ਲੋਕ ਦਲ ਹੈ, ਰਕੇਸ਼ ਟਕੈਤ ਦੇ ਭਰਾ ਨੇ ਜੀ ਨਰੇਸ਼ ਟਕੈਤ, ਉਹ ਬਹੁਤ ਵੱਡੇ ਕਿਸਾਨਾਂ ਦੇ ਆਗੂ ਨੇ, ਪੂਰੇ ਯੂਪੀ ਦੇ ਪ੍ਰਧਾਨ ਨੇ। ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ। ਇਹਦਾ ਮਤਲਬ ਜਿਹੜਾ ਅਖਿਲੇਸ਼ ਸਿੰਘ ਯਾਦਵ ਹੈ ਉਹ ਵੱਡੇ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਵਾਸਤੇ ਕੰਮ ਕਰਦਾ ਜਦੋਂ ਵੀ ਕਰਦਾ ਹੈ। ਸੋ ਲੱਗਦਾ ਹੈ ਕਿ ਜੇ ਇਹ ਨੌਜਵਾਨਾਂ ਦੇ ਵਿੱਚ ਇਹ ਗੱਲ ਘਰ ਕਰ ਗਈ ਤਾਂ ਇਹਦਾ ਉਹਨਾਂ ਨੂੰ ਸਿਆਸੀ ਲਾਹਾ ਵੀ ਮਿਲ ਸਕਦਾ ਹੈ। ਢਿੱਲੋਂ ਸਾਹਿਬ, ਅਖੀਰਲੀ ਖਬਰ ਲੈ ਲੈਂਦੇ ਆ ਇਸ ਪ੍ਰੋਗਰਾਮ ਦੀ ਜੀ। ਮੁੱਖ ਮੰਤਰੀ ਚਰਨਜੀਤ ਚੰਨੀ ਜਿਹੜੇ ਬਹੁਤ ਹੀ ਮਸ਼ਹੂਰ ਹੋਏ ਸੀਗੇ ਬਹੁਤ ਥੋੜ੍ਹੇ ਸਮੇਂ ਦੀ ਸਰਕਾਰ ਦੇ ਵਿੱਚ, ਉਹਨਾਂ ਦੇ ਰਿਸ਼ਤੇਦਾਰਾਂ ਦੇ ਨਜ਼ਦੀਕੀਆਂ ਦੇ ਘਰੇ ਛਾਪੇਮਾਰੀ ਹੋਈ ਹੈ ਤੇ ਉਸ ਛਾਪੇਮਾਰੀ ਦੇ ਉੱਤੇ ਪ੍ਰਤੀਕਿਰਿਆਵਾਂ ਬਹੁਤ ਗੰਭੀਰ ਆ ਰਹੀਆਂ ਨੇ। ਦੇਖੋ ਅਰਵਿੰਦਰ ਜੀ, ਸਭ ਤੋਂ ਵੱਡੀ ਤਾਂ ਜਿਹੜੀ ਕੀਤੀ ਆ ਚਾਂਦਮਾਰੀ ਉਹ ਕੀਤੀ ਆ ਬਿਕਰਮ ਸਿੰਘ ਮਜੀਠੀਏ ਨੇ, ਸਬੂਤਾਂ ਦੇ ਨਾਲ ਕੀਤੀ ਹੈ, ਸਾਰਾ ਕੁਝ ਸਾਹਮਣੇ ਕਰਕੇ ਕੀਤੀ ਹੈ। ਅੱਜ ਚੰਨੀ ਸਾਹਿਬ ਦੀ ਇਹ ਗੱਲ ਜੱਚਦੀ ਨਹੀਂ ਕਿ ਮੇਰਾ ਉਹਦੇ ਨਾਲ ਕੋਈ ਤਾਲੁਕਾਤ ਨਹੀਂ ਸੀ। ਉਹਦੇ ਨਾਲ ਬਲੈਕ ਕਮਾਂਡੋ, ਉਹਦੇ ਨਾਲ ਉਹਦੇ ਸਟicker ਲੱਗਿਆ ਵਾ MLA ਵਾਲੀ ਗੱਡੀ ਦਾ, ਤੇ ਹੋਰ ਇਹਨਾਂ ਦੇ ਇਲਾਕੇ ਦੇ ਲੋਕਾਂ ਦਾ। ਇਹਦਾ ਚੰਨੀ ਸਾਹਿਬ ਨੂੰ ਇਹ ਕਹਿਣਾ ਕਿ ਮੈਂ ਤਾਂ ਉੱਥੇ ਨਹੀਂ ਜਾਂਦਾ, ਉਹਨਾਂ ਨੂੰ ਲੋਕ ਕਚਹਿਰੀ ਦੇ ਵਿੱਚ ਸਬੂਤਾਂ ਤਹਿਤ ਆਪਣੀ ਸਪਸ਼ਟਤਾ ਦੇਣੀ ਚਾਹੀਦੀ ਹੈ। ਹੁਣ ਇਹ ਕਹਿ ਦੇਣਾ ਇਹਨਾਂ ਦੇ ਕਈ ਆਗੂਆਂ ਵੱਲੋਂ ਕਿ ਤੁਹਾਡੇ ਘਰੇ ਪਿੰਦੀ ਰਹਿੰਦਾ ਸੀ, ਤੁਹਾਡੇ ਘਰੇ ਸੱਤਾ ਰਹਿੰਦਾ ਸੀ, ਇਹਦਾ ਮਤਲਬ ਜੇ ਕਤਲ ਦਾ ਕੋਈ ਬੰਦਾ ਜਾ ਕੇ ਅਦਾਲਤ ਦੇ ਵਿੱਚ ਇਹ ਕਹਿ ਦੇਵੇ ਵੀ ਫਲਾਣੇ ਨੇ ਵੀ ਕਤਲ ਕੀਤਾ ਸੀ ਜੀ, ਉਹਨੂੰ ਬਰੀ ਕਰ ਦਿੱਤਾਗਾ ਤੇ ਮੈਂ ਵੀ ਬਰੀ ਹੋ ਗਿਆ, ਇਹ ਨਹੀਂ। ਚੰਨੀ ਸਾਹਿਬ ਤੇ ਜੋ ਇਲਜ਼ਾਮ ਲੱਗੇ, ਉਹ ਕਹਿੰਦੇ ਆ ਕਿ ਮੈਨੂੰ ਸਬੂਤ ਦਿਓ। ਸਬੂਤ ਤਾਂ ਤੁਸੀਂ ਦਿਓ ਕਿ ਤੁਹਾਡੇ ਪੱਲੇ, ਹਾਲਾਂਕਿ ਜਿਹੜੀ ਕਾਂਗਰਸ ਨੇ ਸਰਵੇ ਕਰਾਇਆ ਉਹਦੇ ਵਿੱਚ ਨਿਖਲ ਅਲਬਾ, ਮਾਰਗੇਟ ਅਲਬਾ ਹੁੰਦੇ ਸੀਗੇ, ਉਹਨਾਂ ਦਾ ਪੁੱਤਰ ਹੈ ਨਿਖਲ ਅਲਬਾ। ਇਹਨਾਂ ਦਾ ਸਾਰਾ IT ਵਿੰਗ ਰਾਹੁਲ ਗਾਂਧੀ ਸਾਹਿਬ ਦਾ ਉਹ ਦੇਖਦਾ ਹੈ, ਉਹਨਾਂ ਦਾ ਸਭ ਤੋਂ ਵੱਡਾ 69% ਆਇਆ। ਤੁਹਾਡੇ ਤੇ ਲੋਕਾਂ ਨੂੰ ਵਿਸ਼ਵਾਸ ਹੈ, ਪਰ ਤੁਸੀਂ ਇਹ ਸਾਰਾ ਕੁਝ ਅੱਗੇ ਲਿਆ ਕੇ ਕਰੋ। ਇੱਥੇ ਰਵਿੰਦਰ ਜੀ ਇੱਕ ਬਹੁਤ ਵੱਡੀ ਗੱਲ ਹੈਗੀ ਆ, ਤੁਹਾਨੂੰ ਯਾਦ ਹੋਣਾ ਆ 10 ਦਿਨ ਪਹਿਲਾਂ 2 ਜੈਨ ਭਰਾ ਨੇ ਯੂਪੀ ਦੇ ਵਿੱਚ, ਇੱਕ ਸਪਾ 'ਚ ਨੇ, ਇੱਕ ਭਾਰਤੀ ਜਨਤਾ ਪਾਰਟੀ 'ਚ ਨੇ। ਇਹ ਜਿਹੜਾ ਇਹਨਾਂ ਦਾ ED ਦਾ ਤੋਤਾ ਹੈ, ਇਹ ਉੱਥੇ ਜਾ ਕੇ ਛਾਪੇਮਾਰੀ ਕੀਤੀ। ਜਦੋਂ ਸਾਰਾ ਕੁਝ ਕਰ ਲਿਆ ਉਦੋਂ ਇਹਨਾਂ ਨੂੰ ਪਤਾ ਲੱਗਿਆ 400 ਕਰੋੜ ਉਹਦੇ ਘਰੋਂ ਲੱਭ ਲਿਆ ਕੈਸ਼। ਆਹ ਤਾਂ ਬੋਣੀ ਜੀ ਗੱਲ ਆ ਨਾ, 10 ਕਰੋੜ ਤਾਂ ਇੱਕ ਪਾਸੇ 400 ਕਰੋੜ, ਇੱਕ ਪਾਸੇ 10 ਕਰੋੜ। ਚੋਰ ਜੇ ਇਹਨਾਂ ਨੂੰ ਸਵਾਤ ਕਰਨਾ ਪਵੇਗਾ, ਨਾ 10 ਕਰੋੜ ਵਾਲੇ ਨੂੰ ਅਸੀਂ ਮਨਫੀ ਕਰ ਸਕਦੇ ਹਾਂ ਤੇ ਨਾ 400 ਕਰੋੜ ਵਾਲੇ ਨੂੰ। ਜਦੋਂ ਇਹ ਪਤਾ ਲੱਗਿਆ ਉਹ ਤਾਂ ਆਪਣਾ, ਉਹ ਸਾਰਾ ਕੁਝ ਵਿੱਚੇ ਦੱਬਤਾ, ਦੂਜੇ ਦੇ ਗਏ ਸੀ। ਮਤਲਬ ਪੰਜਾਬੀ ਦੀ ਕਹਾਵਤ ਆਏਗੀ ਕਿ ਜੇ ਕੋਈ ਟੋਆ ਦੂਜੇ ਪਾਸੇ ਪੱਟਦੇ ਆ ਤੇ ਉਹਦੇ ਵਿੱਚ ਆਪ ਵੀ ਬੱਚੂ ਡਿੱਗ ਸਕਦੇ ਹੋ। ਉੱਥੇ ਵੀ ਇਹ ਭਾਜਪਾ ਵਾਲੇ ਡਿੱਗੇ ਨੇ। ਮੈਂ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਕਹਾਂਗਾ, ਅਸੀਂ ਨਹੀਂ ਕਹਿੰਦੇ, ਇਹ ਇਲਜ਼ਾਮ ਦੂਜੀਆਂ ਤਰ੍ਹਾਂ ਦੇ ਨੇ। ਤੁਸੀਂ ਲੱਖ ਕਹਿ ਲਿਓ ਕਿ ਇਹ ਜਿਹੜੇ ਮੇਰਾ ਰਿਸ਼ਤੇਦਾਰ ਮੇਰੇ ਨੇੜੇ ਨਹੀਂ ਸੀ ਜੀ, ਫਲਾਨਾ ਸੀ, ਢਿਮਕਾ ਸੀ। ਚੰਨੀ ਸਾਹਿਬ ਕੱਟਾ ਕਿੱਲੇ ਦੇ ਜ਼ੋਰ ਤੇ ਤਿੰਗੜਦਾ ਹੁੰਦਾ, ਆਪ ਦੇ ਜਵਾਲੇ ਪੱਲੇ ਨਹੀਂ ਹੁੰਦਾ ਕੁਛ ਉਹਦੇ। ਉਹ ਤੁਹਾਡੇ ਕਰਕੇ ਹੀ ਸਾਰਾ ਕੁਝ ਕਰਦਾ ਸੀ। ਵਧੀਆ ਗੱਲ ਹੈ ਜੇ ਅਕਾਲੀ ਦਲ ਨੇ ਉਹਨਾਂ ਦੇ ਵੇਲੇ ਬੇਅਦਬੀਆਂ ਹੋਈਆਂ, ਜੇ ਜਾ ਕੇ ਅਰਦਾਸ ਕਰ ਦਿੰਦੇ ਕਿ ਜੀ ਸਾਤੋਂ ਗਲਤੀ ਹੋ ਗਈ, ਸਾਡੀ ਸਰਕਾਰ ਸੀ, ਸੰਗਤ ਸਾਨੂੰ ਜੋ ਮਰਜ਼ੀ, ਅੱਜ ਉਹਨਾਂ ਦੀ ਸਥਿਤੀ ਨਾ ਹੁੰਦੀ। ਜੇ ਕੁਝ ਹੈ ਤਾਂ ਉਹਨੂੰ ਕਬੂਲੋ ਕਿ ਹਾਂ ਮੇਰਾ ਉਹ ਸੀ, ਉਹਨੇ ਜੇ ਕੀਤਾ ਤਾਂ ਕਾਨੂੰਨ ਉਸ ਨੂੰ ਸਜ਼ਾ ਦੇਵੇ। ਧੰਨਵਾਦ ਢਿੱਲੋਂ ਸਾਹਿਬ। ਸੋ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। D5 ਚੈਨਲ ਪੰਜਾਬੀ ਦੀ ਐਪ ਤੁਸੀਂ ਆਪਣੇ ਚਾਹੇ ਐਂਡਰੋਇਡ ਚਾਹੇ iOS ਫੋਨ ਦੇ ਉੱਤੇ, ਯਾਨੀ ਕਿ ਐਪਲ ਦੇ ਫੋਨ ਦੇ ਉੱਤੇ ਡਾਊਨਲੋਡ ਕਰ ਸਕਦੇ ਹੋ ਅਤੇ ਹਰ ਵੇਲੇ ਇਨ ਟੱਚ ਰਹਿ ਸਕਦੇ ਹੋ ਤਾਜ਼ੀਆਂ ਖਬਰਾਂ ਨਾਲ। ਸੋ ਅੱਜ ਲਈ ਸਾਨੂੰ ਬਹੁਤ ਜੋ ਤੁਸੀਂ ਹੌਸਲਾ ਅਫਜ਼ਾਈ ਕੀਤੀ ਹੈ ਉਹਦੇ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਜੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ
ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।